ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਦੋ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ, ਦੇਤ ਹੈ ਆਨੰਦ ਸੁਖ ਕੰਦ ਅਗ ਮੰਦ ਹੀ। ਸਿਆਲ ਤੇ ਮਰਗਿੰਦ ਪਟ ਬੀਜ ਨਿਦ ਨਿੰਦ ਕਰੇ, ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦ ਹੀ। ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ, ਰੰਕ ਜੇ ਨਰਿੰਦ ਕਰੇ ਬੰਦਤ ਮੁਕੰਦ ਹੀ। ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ, ਹੀਣ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਕ ਮੁਅੱਜਜ਼ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਰ ਸੰਗਤ ਜੀ, ਕੱਲ ਦਾਸ ਨੇ ਆਪ ਜੀ ਨਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਤਵ ਪ੍ਰਸ਼ਾਦ ਸਵਈਏ ਹਨ, ਉਹਨਾਂ ਦੇ ਵਿੱਚੋਂ ਪਹਿਲੇ 5 ਸਵਈਆਂ ਦੀ ਜੋ ਸੰਖੇਪ ਵਿਆਖਿਆ ਹੈ ਆਪ ਜੀ ਨਾਲ ਕੀਤੀ ਸੀ। ਅੱਜ ਦਾਸ ਅਗਲੇਰੇ 5 ਸਵਈਆਂ ਦੀ ਵਿਆਖਿਆ ਆਪ ਸਭ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਕਰੇਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਪਾਵਨ ਦਿਹਾੜਾ ਹੈ ਸਭ ਸੰਗਤਾਂ ਮਨਾਉਣੀਆਂ ਕਰ ਰਹੀਆਂ ਹਨ, ਉਸ ਦੇ ਸੰਬੰਧ ਦੇ ਵਿੱਚ ਜੋ ਨਗਰ ਕੀਰਤਨ ਆਯੋਜਿਤ ਕੀਤਾ ਹੈ ਉਸ ਦੀ ਵੀ ਆਰੰਭਤਾ ਕਰਨੀ ਹੈ। ਸੋ ਸੰਖੇਪ ਦੇ ਵਿੱਚ 10 ਤੋਂ 15 ਮਿੰਟ ਦੇ ਵਿੱਚ ਦਾਸ ਆਪ ਜੀ ਦੇ ਨਾਲ ਵਿਚਾਰਾਂ ਕਰੇਗਾ, ਜੋ ਸਵਈਏ ਹਨ ਉਹਨਾਂ ਦੇ ਅਰਥ ਕਰੇਗਾ। ਪਿਛਲੇ ਸਮੇਂ ਦੇ ਵਿੱਚ ਦਾਸ ਨੇ ਆਪ ਸਭ ਜੀ ਨੂੰ ਜੋ ਅਕਾਲ ਉਸਤਤ ਬਾਣੀ ਦੇ ਵਿੱਚੋਂ ਤਵ ਪ੍ਰਸ਼ਾਦ ਸਵਈਏ ਲਏ ਗਏ ਹਨ ਉਹਨਾਂ ਦੇ ਪਰਥਾਏ ਆਪ ਜੀ ਨਾਲ ਵਿਚਾਰ ਕੀਤੀ ਹੈ, ਜਿਸ ਵਿੱਚ ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਦੱਸਦੇ ਹਨ, ਉਸ ਦੀ ਉਸਤਤੀ ਕਰਦੇ ਹਨ ਕਿ ਚਾਹੇ ਕਿਤਨਾ ਵੀ ਬਲੀ ਇਨਸਾਨ ਹੋ ਜਾਵੇ, ਕਿਤਨੇ ਵੀ ਉਸਦੇ ਪਾਸ ਹਾਥੀ ਘੋੜੇ ਹੋਣ, ਕਿਤਨੇ ਵੀ ਜੋਗੀ ਹੋਣ, ਵੱਡੇ ਬ੍ਰਹਮਚਾਰੀ ਹੋਣ, ਕਿਤਨੇ ਵੀ ਸਿੱਧ ਪੁਰਸ਼ ਹੋਣ, ਪਰ ਕੋਈ ਵੀ ਉਸ ਜਿੰਦ ਦੇ ਮਾਲਕ ਪ੍ਰਭੂ ਨੂੰ ਪਾਣ ਜੋਗਾ ਨਹੀਂ ਹੈ, ਕਿਉਂਕਿ ਜਿਤਨੀ ਦੇਰ ਤੱਕ ਉਹਦੀ ਨਜ਼ਰ, ਉਸਦੀ ਕਿਰਪਾ, ਅਕਾਲ ਪੁਰਖ ਦੀ ਮਿਹਰ ਕਿਸੇ ਦੇ ਉੱਤੇ ਨਹੀਂ ਬਣਦੀ, ਉਤਨੀ ਦੇਰ ਤੱਕ ਉਸ ਨੂੰ ਕੋਈ ਵੀ ਹਾਸਲ ਨਹੀਂ ਕਰ ਸਕਦਾ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਹੀ ਸਾਨੂੰ ਉਸਦੇ ਦਰਸ਼ਨ ਦੀਦਾਰੇ ਮਿਲਦੇ ਹਨ। ਉਸ ਦੀ ਮਿਹਰ ਦੇ ਸਦਕਾ ਹੀ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ। ਜਿਤਨੀ ਦੇਰ ਤੱਕ ਉਸ ਦੀ ਕਿਰਪਾ ਨਹੀਂ ਹੁੰਦੀ ਉਤਨੀ ਦੇਰ ਤੱਕ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ। ਜੋ ਕਿ ਕੱਲ੍ਹ ਦੇ ਦੀਵਾਨ ਦੇ ਵਿੱਚ ਕਥਾ ਦੇ ਸਮੇਂ 'ਤੇ ਦਾਸ ਨੇ ਆਪ ਜੀ ਨਾਲ ਪਹਿਲੇ 5 ਸਵਈਆਂ ਦੀ ਵਿਆਖਿਆ ਕੀਤੀ ਸੀ। ਅਗਲੇਰੇ ਸਵਈਆਂ ਦੀ ਵਿਆਖਿਆ ਦੇ ਨਾਲ ਜੁੜਨ ਤੋਂ ਪਹਿਲਾਂ ਗੁਰਮਰਿਆਦਾ ਨੂੰ ਸਨਮੁਖ ਰੱਖਦੇ ਹੋਏ ਗੁਰੂ ਬਾਬੇ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਅਪਾਰ ਬੜੇ ਬਰਿਆਰ, ਵਿਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ। ਸਾਹਿਬ ਸ਼੍ਰੀ ਸਭ ਕੋਇ ਸਿਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਗੁਰੂ ਸਾਹਿਬ ਜੀ ਇਸ ਸਵਈਏ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਕਿ ਹੇ ਭਾਈ, ਬੜੇ ਹੀ ਬਲ ਵਾਲੇ ਵੱਡੇ ਸੂਰਮੇ ਜੋ ਕਿ ਬੇਪਰਵਾਹੀ ਦੇ ਨਾਲ ਬਰਿਆਰ ਭਾਵ ਜਿਸ ਨੂੰ ਬਹੁਤ ਬਲ ਵਾਲੇ ਆਖਦੇ ਹਨ, ਜੋ ਬਹੁਤ ਬਲਸ਼ਾਲੀ ਹੁੰਦੇ ਹਨ,
ਤੇ ਅਬਚਾਰਹਿ ਸਾਰ ਕੀ ਧਾਰ ਪਛਈਆ, ਭਾਵ ਕਿ ਜੋ ਬੇਪਰਵਾਹੀ ਦੇ ਨਾਲ ਸ਼ਸਤਰਾਂ ਦੀ ਧਾਰ ਸਹਿ ਸਕਣ, ਚੋਟ ਸਹਿ ਸਕਣ, ਜੋ ਕਈ ਦੇਸ਼ਾਂ ਨੂੰ ਜਿੱਤ ਲੈਣ, ਆਰੀਆਂ ਨੂੰ ਜਿੱਤ ਲੈਣ ਤੇ ਮਸਤੇ ਹੋਏ ਹਾਥੀਆਂ ਦਾ ਮਾਣ ਤੋੜ ਦੇਣ, ਜੋ ਤਕੜੇ ਕਿਲਿਆਂ ਨੂੰ ਸਰ ਕਰ ਲੈਣ, ਗੱਲਾਂ ਵਿੱਚ ਹੀ ਸਾਰੀ ਧਰਤੀ 'ਤੇ ਕਬਜ਼ਾ ਕਰ ਸਕਣ, ਭਾਵ ਸਾਰੀ ਸ੍ਰਿਸ਼ਟੀ 'ਤੇ ਕਬਜ਼ਾ ਕਰ ਲੈਣ, ਜਿਨ੍ਹਾਂ ਲਈ ਕੋਈ ਵੱਡੀ ਗੱਲ ਨਾ ਹੋਵੇ। ਅਜਿਹੇ ਅਨੇਕਾਂ ਬੰਦੇ ਉਸ ਪਰਮਾਤਮਾ ਦੇ ਦਰ 'ਤੇ ਮੰਗਦੇ ਹਨ। ਇਹਨਾਂ ਨੂੰ ਉਹ ਇੱਕ ਪਰਮਾਤਮਾ ਹੀ ਦੇਣ ਵਾਲਾ ਹੈ, ਜੋ ਮਾਇਆ ਦਾ ਮਾਲਕ ਹੈ ਤੇ ਸਭ ਜੀਆਂ ਦੇ ਸਿਰ 'ਤੇ ਪਤੀ ਹੈ, ਖਸਮ ਹੈ, ਹੋਰ ਕੋਈ ਨਹੀਂ। ਅਸੀਂ ਸਭ ਆਪਣੇ ਆਪ ਨੂੰ ਬਹੁਤ ਬਲਸ਼ਾਲੀ, ਧਨਵਾਨ ਸਮਝਦੇ ਹਾਂ ਕਿ ਅਸੀਂ ਬਹੁਤ ਬਲੀ ਹਾਂ। ਸਰੀਰਕ ਬਲ ਵੀ ਬਹੁਤ ਹੈ ਮੇਰੇ ਕੋਲ, ਧਨ ਦੌਲਤ ਵੀ ਬਹੁਤ ਹੈ, ਪਰ ਇਹ ਕਿਸੇ ਕੰਮ ਦੀ ਨਹੀਂ। ਜਿਤਨੀ ਦੇਰ ਤੱਕ ਪ੍ਰਭੂ ਮਿਹਰ ਨਹੀਂ ਕਰਦਾ, ਉਸ ਦੇ ਨਾਲ ਸਾਡਾ ਮਿਲਾਪ ਹਾਸਲ ਨਹੀਂ ਹੁੰਦਾ, ਉਤਨੀ ਦੇਰ ਤੱਕ ਅਸੀਂ ਕਿਸੇ ਕੰਮ ਦੇ ਨਹੀਂ। ਗੁਰੂ ਸਾਹਿਬ ਜੀ ਇਹੀ ਸਮਝਾਉਂਦੇ ਹਨ ਕਿ ਕਿਤਨੇ ਵੀ ਬਲ ਵਾਲੇ ਹੋਣ, ਚਾਹੇ ਬੇਪਰਵਾਹੀ ਦੇ ਨਾਲ ਆਪਣੇ ਸਰੀਰ 'ਤੇ ਬੇਅੰਤ ਚੋਟਾਂ ਸਹਿ ਸਕਦੇ ਹੋਣ, ਪਲਾਂ ਦੇ ਵਿੱਚ ਕਿਲਿਆਂ ਦੇ ਕਿਲੇ ਜਿੱਤ ਲੈਣ, ਮਸਤੇ ਹਾਥੀਆਂ ਨੂੰ ਵੀ ਆਪਣੇ ਜ਼ੋਰ ਦੇ ਨਾਲ ਢਾਸ ਲਾ ਦੇਣ, ਉਹਨਾਂ ਨੂੰ ਵੀ ਹਰਾ ਦੇਣ, ਤੇ ਐਸੇ ਬਲੀ ਯੋਧੇ ਵੀ ਉਸ ਪ੍ਰਭੂ ਦੇ ਦਰ 'ਤੇ ਮੰਗਦੇ ਹਨ, ਕਿਉਂਕਿ ਦੇਣ ਵਾਲਾ ਕੇਵਲ ਉਹ ਪ੍ਰਭੂ ਪਰਮਾਤਮਾ ਹੀ ਹੈ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੈਂਗੇ। 7ਵੇਂ ਸਵਈਏ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਹੇ ਭਾਈ, ਜੋ ਪਰਮਾਤਮਾ ਜਲ ਦੇ ਤੇ ਧਰਤੀ ਭਾਵ ਸਾਰੀ ਸ੍ਰਿਸ਼ਟੀ ਦੇ ਸਾਰੇ ਹੀ ਜੀਵਾਂ ਨੂੰ ਪਲੋ ਪਲੀ ਵਿੱਚ ਬਣਾਉਣ ਦੀ ਸਮਰੱਥਾ ਰੱਖਦਾ ਹੈ, ਭਾਵ ਜਿਸ ਨੂੰ ਸ੍ਰਿਸ਼ਟੀ ਵੀ ਰਚਣ ਲੱਗਿਆ ਕੇਵਲ ਇੱਕ ਅੱਖ ਝਪਕਣ ਦੇ ਜਿਤਨਾ ਸਮਾਂ ਲੱਗਿਆ ਹੈ, ਉਹ ਸਾਰੇ ਜੀਵਾਂ ਨੂੰ ਇੱਕ ਫੁਰਨੇ ਦੇ ਵਿੱਚ ਜਿਤਨੀ ਸਾਡੀ ਸੋਚ ਤੇਜ਼ ਜਾਂਦੀ ਹੈ, ਉਸ ਤੋਂ ਵੀ ਘੱਟ ਸਮਾਂ ਉਸ ਪਰਮਾਤਮਾ ਨੂੰ ਲੱਗਦਾ ਹੈ ਇਸ ਸ੍ਰਿਸ਼ਟੀ ਨੂੰ ਬਣਾਉਣ ਦੇ ਲਈ ਤੇ ਜੀਵਾਂ ਨੂੰ ਉਪਜਾਉਣ ਦੇ ਲਈ। ਉਸ ਨੂੰ ਇਤਨਾ ਹੀ ਸਮਾਂ ਲੱਗਦਾ ਹੈ। ਜੋ ਇਤਨਾ ਸਮਰੱਥ ਹੈ, ਇਤਨੀ ਸਮਰੱਥਾ ਰੱਖਦਾ ਹੈ, ਉਸ ਨੂੰ ਜੋ ਜੀਵ ਪਿੱਛੇ ਜਪਦੇ ਰਹੇ ਹਨ, ਭਾਵ ਕਿ ਜੀਵ ਜਿਤੇ ਜਲ ਮੈਂ, ਜੋ ਪਿਛਲੇ ਸਮੇਂ ਦੇ ਵਿੱਚ ਵੀ ਉਸ ਨੂੰ ਜਪਦੇ ਰਹੇ ਹਨ, ਹੁਣ ਵੀ ਜਪਦੇ ਹਨ, ਤੇ ਜੋ ਪਲ ਹੀ ਪਲ ਜੋ ਅਗਾਂਹ ਵੀ ਉਸ ਨੂੰ ਜਪਣਗੇ, ਚਾਹੇ ਉਹ ਦੈਂਤ ਹਨ, ਚਾਹੇ ਉਹ ਦੇਵਤੇ ਹਨ, ਚਾਹੇ ਸ਼ੇਸ਼ ਨਾਗ ਹੈ, ਤੇ ਚਾਹੇ ਭਾਵੇਂ ਭੂਤ ਪ੍ਰੇਤ ਹਨ, ਉਹਨਾਂ ਸਭਨਾਂ ਦੇ ਭਲੇ ਕੰਮਾਂ ਦੇ ਤੇਜ ਤੇ ਬ੍ਰਿਧੀ ਦੀ ਜੈ ਜੈਕਾਰ ਦੀ ਧੁਨੀ ਵੱਧਦੀ ਹੈ, ਤੇ ਉਹਨਾਂ ਦੇ ਪਿਛਲੇ ਕੀਤੇ ਹੋਏ ਮੰਦੇ ਕਰਮਾਂ ਦੇ ਢੇਰਾਂ ਦੇ ਢੇਰ ਨਾਸ ਹੋ ਜਾਂਦੇ ਹਨ, ਜਿਨ੍ਹਾਂ ਨੇ ਉਸ ਪ੍ਰਭੂ ਦੇ ਨਾਮ ਨੂੰ ਜਪਿਆ ਹੈ। ਜਿਹੜੇ ਪਹਿਲਾਂ ਵੀ ਜਪਦੇ ਸਨ, ਹੁਣ ਵੀ ਜਪਦੇ ਹਨ, ਤੇ ਅਗਾਂਹ ਵੀ ਜਪਦੇ ਰਹਿਣਗੇ। ਉਹਨਾਂ ਦੇ ਸਾਰੇ ਹੀ ਦੁੱਖ ਕਲੇਸ਼, ਜਿੰਨੇ ਵੀ ਉਹਨਾਂ ਨੇ ਆਪਣੇ ਭੁੱਲ ਭੁਲੇਖੇ ਦੇ ਵਿੱਚ ਗਲਤ ਕਰਮ ਕੀਤੇ ਹਨ, ਉਹ ਸਭ ਨਾਸ਼ ਹੋ ਜਾਂਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਜਗਤ ਵਿੱਚ ਖਿੜੇ ਮੱਥੇ ਫਿਰਦੇ ਹਨ, ਤੇ ਵਿਕਾਰੀ ਬੰਦੇ ਉਹਨਾਂ ਨੂੰ ਵੇਖ ਕੇ ਹੌਲੇ ਪੈ ਜਾਂਦੇ ਹਨ। ਮਾਨਵ ਇੰਦਰ ਗਜਿੰਦਰ ਨਿਰਾਤਪ, ਜੋਨ ਤਿਰਲੋਕ ਕੋ ਰਾਜ ਕਰੈਂਗੇ, ਕੋਟ ਇਸ਼ਨਾਨ ਗਜਾਦਿਕ ਦਾਨ, ਅਨੇਕ ਸੁਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਬਿਸ਼ਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੈਂਗੇ। ਇਸ ਸਵਈਏ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜੋ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਹੋ ਕੇ
ਚੱਕਰਵਤੀ ਰਾਜੇ ਬਣਦੇ ਹਨ ਤੇ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਕਰਦੇ ਹਨ। ਜੋ ਮਨੁੱਖ ਕਰੋੜਾਂ ਤੀਰਥਾਂ ਤੇ ਵੀ ਇਸ਼ਨਾਨ ਕਰਕੇ ਹਾਥੀ ਆਦਿਕ ਦਾਨ ਕਰਦੇ ਹਨ ਤੇ ਕਈ ਸਵੰਬਰ ਰਚਾ ਰਚਾ ਕੇ ਵਿਆਹ ਕਰਦੇ ਹਨ, ਅਨੇਕ ਸਵੰਬਰ ਸਾਜ ਬਰੇਂਗੇ। ਇਹ ਸਾਰੇ ਵੱਡੇ ਵੱਡੇ ਲੋਕ ਤਾਂ ਕਿਤੇ ਰਹੇ, ਬ੍ਰਹਮਾ, ਸ਼ਿਵ, ਵਿਸ਼ਨੂੰ ਤੇ ਇੰਦਰ ਵਰਗੇ ਵੀ ਆਖਰ ਮੌਤ ਦੇ ਵਸ ਪੈਂਦੇ ਹਨ। ਬ੍ਰਹਮ ਮਹੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ, ਕਿ ਉਹ ਵੀ ਜਮਕਾਲ ਦੇ ਵਸ ਦੇ ਵਿੱਚ ਪੈਂਦੇ ਹਨ, ਮੌਤ ਦੇ ਵਸ ਪੈਂਦੇ ਹਨ। ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਸਿਰਫ ਉਹ ਮਨੁੱਖ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਜੋ ਪਰਮਾਤਮਾ ਦੀ ਚਰਨੀ ਲੱਗੇ ਹੁੰਦੇ ਹਨ, ਭਾਵ ਜੋ ਪ੍ਰਭੂ ਦੀ ਬੰਦਗੀ ਕਰਦੇ ਹਨ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਕਿ ਜੇ ਕੋਈ ਮਨੁੱਖ ਦੋਵੇਂ ਅੱਖਾਂ ਮੀਟ ਕੇ ਬੈਠਾ ਰਿਹਾ ਤੇ ਉਸਨੇ ਬਗਲੇ ਵਾਲੀ ਸਮਾਧੀ ਲਾਈ ਰੱਖੀ, ਦੋਵੇਂ ਅੱਖਾਂ ਬੰਦ ਕਰਕੇ ਬੈਠਾ ਰਿਹਾ, ਬਕ ਧਿਆਨ ਲਗਾਇਓ, ਕਿ ਬਗਲੇ ਵਾਲੀ ਸਮਾਧੀ ਲਗਾ ਕਰਕੇ ਬੈਠ ਗਿਆ, ਇਸ ਦਾ ਕੋਈ ਲਾਭ ਨਹੀਂ ਹੋ ਸਕਦਾ। ਜੇ ਕੋਈ ਮਨੁੱਖ ਸੱਤਾਂ ਸਮੁੰਦਰਾਂ ਤੱਕ ਸਾਰੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਿਆ ਤਾਂ ਉਸਨੇ ਇਹ ਲੋਕ ਭਾਵ ਮੌਜੂਦਾ ਜੀਵਨ ਦਾ ਸੁੱਖ ਵੀ ਗਵਾ ਲਿਆ ਤੇ ਪਰਲੋਕ ਵੀ ਗਵਾਇਆ, ਕਿਉਂਕਿ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਉਹਨੇ ਲੋਕ ਵੀ ਗਵਾ ਲਿਆ ਤੇ ਪਰਲੋਕ ਵੀ ਗਵਾ ਲਿਆ, ਕਿਉਂਕਿ ਪ੍ਰਭੂ ਦਾ ਨਾਮ ਜਪਿਆ ਹੀ ਨਹੀਂ। ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਪਰ ਜਿਸ ਮਨੁੱਖ ਨੇ ਸਮਾਧੀ ਤੇ ਤੀਰਥ ਇਸ਼ਨਾਨ ਆਦਿ ਕਰਮ ਛੱਡ ਕੇ ਵਿਕਾਰਾਂ ਨਾਲ ਹੀ ਨਿੱਠ ਕੇ ਸੰਗ ਕੀਤਾ, ਉਸਨੇ ਵੀ ਸਾਰੀ ਉਮਰ ਵਿਅਰਥ ਹੀ ਗਵਾ ਲਈ। ਹਾਸਲ ਉਸਨੂੰ ਵੀ ਕੁਛ ਨਹੀਂ ਹੋਇਆ, ਕਿਉਂਕਿ ਉਹਨੇ ਸਭ ਕੁਝ ਛੱਡ ਕੇ ਵਿਕਾਰਾਂ ਦੇ ਨਾਲ ਸੰਗ ਕੀਤਾ। ਐਸੇ ਹੀ ਐਸੇ ਸੋ ਬੈਸ ਬਿਤਾਏ, ਉਸਨੇ ਵੀ ਸਾਰੀ ਉਮਰ ਵਿਅਰਥ ਗਵਾ ਲਈ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਹੇ ਭਾਈ, ਸਾਰੇ ਧਿਆਨ ਨਾਲ ਸੁਣ ਲਵੋ। ਅਸਲ ਗੱਲ ਇਹ ਹੈ ਕਿ ਨਾ ਤਾਂ ਬਗਲ ਸਮਾਧੀਆਂ ਤੇ ਤੀਰਥ ਇਸ਼ਨਾਨਾਂ ਨਾਲ ਰੱਬ ਮਿਲਣਾ ਹੈ, ਨਾ ਹੀ ਵਿਸ਼ੇ ਵਿਕਾਰਾਂ ਵਿੱਚ ਪਏ ਰਹਿਣਾ ਜੀਵਨ ਦਾ ਮਨੋਰਥ ਹੈ। ਉਸੇ ਮਨੁੱਖ ਨੇ ਪਰਮਾਤਮਾ ਨੂੰ ਲੱਭਿਆ ਹੈ ਜਿਸ ਨੇ ਖਾਲਕ ਤੇ ਖਲਕਤ ਦੇ ਨਾਲ ਪਿਆਰ ਕੀਤਾ ਹੈ, ਜਿਸ ਨੇ ਇਸ ਜਹਾਨ ਦੇ ਉੱਤੇ ਚੰਗੇ ਕਰਮ ਕੀਤੇ ਹਨ, ਜਿਸ ਨੇ ਉਸ ਪ੍ਰਭੂ ਦੀ ਬਣਾਈ ਇਸ ਸ੍ਰਿਸ਼ਟੀ ਦੇ ਨਾਲ ਪਿਆਰ ਕੀਤਾ ਹੈ, ਜੀਵਾਂ ਦੇ ਨਾਲ ਪਿਆਰ ਕੀਤਾ ਹੈ। ਹਰ ਕਿਸੇ ਨੂੰ, ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਸਭਨਾਂ ਨੂੰ ਇੱਕ ਬਰਾਬਰ ਸਮਝਿਆ ਹੈ। ਪ੍ਰਭੂ ਦੇ ਨਾਮ ਨੂੰ ਸਿਮਰਿਆ, ਵਿਸ਼ੇ ਵਿਕਾਰਾਂ ਤੋਂ ਦੂਰ ਰਿਹਾ, ਫੋਕਟ ਦੇ ਕਰਮ ਨਹੀਂ ਕੀਤੇ, ਉਸੇ ਨੇ ਹੀ ਪ੍ਰਭੂ ਨੂੰ ਹਾਸਲ ਕੀਤਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਕੋ ਸੀਸ ਨਿਵਾਇਓ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਦਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਚਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਅੰਤਲੇ ਸਵਈਏ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਕਿਸੇ ਮਨੁੱਖ ਨੇ ਪੱਥਰ ਭਾਵ ਸਾਲਗ੍ਰਾਮ ਲੈ ਕੇ ਪੂਜਾ ਕਰਕੇ ਉਸ ਨੂੰ ਸਿਰ 'ਤੇ ਰੱਖਿਆ ਹੈ, ਭਾਵ ਸਾਲਗ੍ਰਾਮ ਨੂੰ ਸਿਰ ਨਿਵਾਇਆ ਹੈ, ਮੱਥਾ ਟੇਕਿਆ ਹੈ। ਕਿਸੇ ਨੇ ਸ਼ਿਵਲਿੰਗ ਲੈ ਕੇ ਗਲ ਵਿੱਚ ਲਟਕਾਇਆ ਹੋਇਆ ਹੈ, ਭਾਵ ਪੂਜਾ ਲਈ ਪੱਲੇ ਬੰਨੀ ਫਿਰਦਾ ਹੈ। ਕਿਸੇ ਮਨੁੱਖ ਨੇ ਪਰਮਾਤਮਾ ਨੂੰ ਦੱਖਣ ਪਾਸੇ ਦੁਆਰਾਂ ਵਿੱਚ ਹੀ ਵਸਦਾ ਸਮਝਿਆ ਹੈ, ਕਿਸੇ ਨੇ ਪੱਛਮ ਦੁਆਰਾਂ ਦੇ ਵਿੱਚ ਹੀ ਪੱਛਮ ਪਾਸੇ ਨਿਰਾ ਕਾਬੇ ਨੂੰ ਹੀ ਖੁਦਾ ਦਾ ਘਰ ਸਮਝ ਕੇ ਪੱਛਮ ਪਾਸੇ ਵੱਲ ਸਿਰ ਝੁਕਾਇਆ ਹੈ।
ਕੋਈ ਮੂਰਖ ਬੁੱਤਾਂ ਨੂੰ ਰੱਬ ਸਮਝ ਕੇ ਪੂਜ ਰਿਹਾ ਹੈ ਤੇ ਕੋਈ ਕਬਰਾਂ ਨੂੰ ਪੂਜਣ ਲਈ ਦੌੜਿਆ ਫਿਰਦਾ ਹੈ। ਕੂਰ ਕਿਰਿਆ ਉਰਚਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਸਾਰਾ ਹੀ ਜਗਤ ਕੂੜੀਆਂ ਰਸਮਾਂ ਵਿੱਚ ਰੁੱਝਿਆ ਪਿਆ ਹੈ ਤੇ ਪਰਮਾਤਮਾ ਦਾ ਭੇਦ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਪਾਇਆ। ਚਾਹੇ ਕੋਈ ਭਿਕਸ਼ੂ ਹੈ, ਚਾਹੇ ਕੋਈ ਸਾਧੂ ਹੈ, ਚਾਹੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਲਾ ਹੈ, ਚਾਹੇ ਦਾਨ ਪੁੰਨ ਕਰਨ ਵਾਲਾ ਹੈ, ਚਾਹੇ ਬਲੀ ਰਾਜਾ ਹੈ, ਹਜ਼ਾਰਾਂ ਘੋੜੇ ਹਾਥੀ ਰੱਖਣ ਵਾਲਾ ਹੈ, ਚਾਹੇ ਕੋਈ ਵੀ ਵਿਅਕਤੀ ਹੈ ਜਿਸ ਨੇ ਉਸ ਪ੍ਰਭੂ ਦੀ ਖਲਕਤ ਨੂੰ, ਉਸ ਦੇ ਬਣਾਏ ਹੋਏ ਜੀਵਾਂ ਨੂੰ ਪ੍ਰੇਮ ਨਹੀਂ ਕੀਤਾ, ਉਸ ਪ੍ਰਭੂ ਦੀ ਬਣਾਈ ਹੋਈ ਰਚਨਾ ਨੂੰ ਪ੍ਰੇਮ ਨਹੀਂ ਕੀਤਾ, ਜਿਸ ਨੇ ਕੇਵਲ ਹੰਕਾਰ ਕੀਤਾ ਹੈ, ਉਸਨੇ ਕਦੇ ਪ੍ਰਭੂ ਨੂੰ ਨਹੀਂ ਪਾਇਆ। ਚਾਹੇ ਕੋਈ ਦੇਵੀ ਦੇਵਤਾ ਹੀ ਹੋਇਆ ਹੈ, ਅੰਤ ਕਾਲ ਉਹ ਵੀ ਜਮਾਂ ਦੇ ਫਾਹੇ ਦੇ ਵਿੱਚ ਫਸਿਆ ਹੀ ਹੈ, ਉਸਦੇ ਗਲ ਦੇ ਵਿੱਚ ਵੀ ਜਮਾਂ ਦਾ ਫਾਹਾ ਪਿਆ ਹੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਕੇਵਲ ਅਤੇ ਕੇਵਲ ਉਸ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕਰੀਏ, ਉਸ ਦੇ ਨਾਮ ਨੂੰ ਧਿਆਉਣਾ ਕਰੀਏ, ਤਾਂ ਕਿ ਪ੍ਰਭੂ ਸਾਡੇ 'ਤੇ ਮਿਹਰ ਕਰੇ, ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖੇ ਅਤੇ ਅਸੀਂ ਉਸ ਦੇ ਨਾਲ ਮਿਲਾਪ ਹਾਸਲ ਕਰ ਸਕੀਏ। ਗੁਰੂ ਸਾਹਿਬ ਜੀ ਦਸਾਂ ਸਵਈਆਂ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਭਾਈ ਉਸ ਇੱਕ ਅਕਾਲ ਪੁਰਖ ਦੇ ਲੜ ਲੱਗੋ, ਕਿਉਂਕਿ ਜਿਸ ਨੇ ਉਸ ਨੂੰ ਪਿਆਰ ਕੀਤਾ ਹੈ ਉਸਨੇ ਹੀ ਪ੍ਰਭੂ ਨੂੰ ਪਾਇਆ ਹੈ, ਹੋਰ ਕੋਈ ਉਸ ਨੂੰ ਪਾ ਨਹੀਂ ਸਕਦਾ। ਚਾਹੇ ਕਿਸੇ ਦੇ ਪਾਸ ਕਿਤਨੀ ਵੀ ਧਨ ਦੌਲਤ ਹੋਵੇ, ਚਾਹੇ ਕਿਤਨਾ ਵੀ ਬਲੀ ਹੋਵੇ, ਉਸ ਨੂੰ ਕੁਛ ਹਾਸਲ ਨਹੀਂ ਹੋਵੇਗਾ। ਹਾਸਲ ਕੇਵਲ ਉਸਨੇ ਕੀਤਾ ਹੈ ਜਿਸ ਨੇ ਪਰਮਾਤਮਾ ਦੇ ਨਾਲ ਪ੍ਰੇਮ ਬਣਾਇਆ ਹੈ, ਜਿਸ ਨੇ ਉਸ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਬਾਕੀ ਸਭਨਾਂ ਨੇ ਆਪਣੇ ਜੀਵਨ ਨੂੰ ਫੋਕਟ ਹੀ ਗਵਾ ਲਿਆ ਹੈ, ਕਿਉਂਕਿ ਕਿਸੇ ਨੇ ਉਸ ਦੇ ਰਾਜ ਨੂੰ ਨਹੀਂ ਸਮਝਿਆ, ਉਸ ਦੇ ਭੇਤ ਨੂੰ ਨਹੀਂ ਸਮਝਿਆ। ਉਹ ਫੋਕਟ ਦੇ ਕਰਮਾਂ ਦੇ ਵਿੱਚ ਹੀ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰੀਏ, ਦੁਖਿਆਰਿਆਂ ਦੇ ਦੁੱਖਾਂ ਨੂੰ ਦੂਰ ਕਰੀਏ, ਤਾਂ ਕਿ ਉਸ ਪ੍ਰਭੂ ਦੇ ਨਾਲ ਸਾਡੀ ਨੇੜਤਾ ਹੋਰ ਵੱਧ ਸਕੇ। ਪ੍ਰਭੂ ਸਾਡੇ 'ਤੇ ਕਿਰਪਾ ਕਰੇ, ਅਕਾਲ ਪੁਰਖ ਵਾਹਿਗੁਰੂ ਸਾਡੇ 'ਤੇ ਮਿਹਰ ਭਰਿਆ ਹੱਥ ਰੱਖੇ। ਪਰ ਅਸੀਂ ਇਹਨਾਂ ਸਭਨਾਂ ਗੱਲਾਂ ਨੂੰ ਛੱਡ ਕਰਕੇ ਕੇਵਲ ਵਾਦ ਵਿਵਾਦ ਦੇ ਵਿੱਚ ਫਸੇ ਹੋਏ ਹਾਂ ਕਿ ਬਾਣੀ ਨੂੰ ਪੜ੍ਹਨਾ ਹੈ ਜਾਂ ਨਹੀਂ ਪੜ੍ਹਨਾ ਹੈ। ਦਾਸ ਫਿਰ ਬੇਨਤੀ ਕਰਦਾ ਹੈ ਕਿ ਇਹ ਸਭ ਪੰਥਕ ਮਸਲੇ ਹਨ, ਪੰਥ ਜੋ ਫੈਸਲਾ ਲਵੇਗਾ ਉਸ ਨੂੰ ਹੀ ਅਸੀਂ ਸਵੀਕਾਰਦੇ ਹਾਂ। ਫਿਲ ਵਕਤ ਪੰਥ ਦਾ ਫੈਸਲਾ ਇਹ ਹੈ ਕਿ 5 ਬਾਣੀਆਂ ਪੜ੍ਹਨੀਆਂ ਹਨ। ਅੰਮ੍ਰਿਤ ਛਕਾਉਣ ਵੇਲੇ 5 ਬਾਣੀਆਂ ਦਾ ਜਾਪ ਹੁੰਦਾ ਹੈ। ਜੋ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਉਹਨਾਂ ਬਾਣੀਆਂ ਨੂੰ ਦਾਸ ਤਾਂ ਜ਼ਰੂਰ ਪੜ੍ਹਦਾ ਹੈ, ਅਤੇ ਬਾਕੀ ਜੋ ਪੰਥ ਦਾ ਫੈਸਲਾ ਹੋਵੇਗਾ ਉਹ ਸਾਨੂੰ ਸਭ ਨੂੰ ਮਨਜ਼ੂਰ ਹੈ। ਇਸ ਲਈ ਅਸੀਂ ਵਾਦ ਵਿਵਾਦ ਦੇ ਵਿੱਚ ਨਹੀਂ ਫਸਣਾ ਕਿ ਅਸੀਂ ਬਾਣੀ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ, ਕਿਉਂਕਿ ਇਹ ਪੰਥਕ ਮਸਲੇ ਹਨ। ਕੇਵਲ ਕੋਈ ਇੱਕ ਵਿਅਕਤੀ ਦੇ ਹਾਂ ਜਾਂ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਪੰਥ ਨੂੰ ਅਸੀਂ ਸਿਰਮੌਰ ਮੰਨਦੇ ਹਾਂ, ਜੋ ਉਹਨਾਂ ਦਾ ਫੈਸਲਾ ਹੋਵੇਗਾ ਉਹ ਸਾਨੂੰ ਪ੍ਰਵਾਨ ਹੈ। ਇਸ ਲਈ ਅਸੀਂ ਬਾਣੀ ਨੂੰ ਪੜ੍ਹਨਾ ਹੈ, ਪੜ੍ਹਾਉਣਾ ਹੈ ਅਤੇ ਸਮਝਣਾ ਵੀ ਹੈ ਕਿ ਹਾਂ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਕਰਦੇ ਹਨ। ਗੁਰੂ ਦੀ ਦਿੱਤੀ ਹੋਈ ਸਿੱਖਿਆ 'ਤੇ ਅਸੀਂ ਤੁਰਨਾ ਕਰੀਏ, ਆਪਣੇ ਜੀਵਨ ਨੂੰ ਸਹੀ ਮਾਰਗ 'ਤੇ ਲੈ ਆਈਏ, ਢੋਂਗ ਪਖੰਡਾਂ 'ਚੋਂ ਬਾਹਰ ਨਿਕਲੀਏ ਕਿ ਕੇਵਲ ਇਸ਼ਨਾਨ ਕਰਨ ਦੇ ਨਾਲ, ਤੀਰਥਾਂ 'ਤੇ ਜਾ ਕਰਕੇ ਦਾਨ ਪੁੰਨ ਕਰਨ ਦੇ ਨਾਲ ਸਾਨੂੰ ਰੱਬ ਪ੍ਰਾਪਤ ਹੋਵੇਗਾ। ਇਹ ਸਭ ਢੋਂਗ ਹੈ, ਪਖੰਡ ਹੈ। ਸਾਨੂੰ ਚਾਹੀਦਾ ਹੈ ਕਿ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰੀਏ ਅਤੇ ਸਦਾ ਲਈ ਉਸ ਦੇ ਚਰਨਾਂ ਦੇ ਵਿੱਚ ਆਪਣਾ ਸਥਾਨ ਬਣਾ ਲਈਏ। ਇਤਨੀ ਕੁ ਵਿਚਾਰ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਕਿਉਂਕਿ ਅੱਜ ਸਮੇਂ ਦੀ ਵੀ ਘਾਟ ਸੀ, ਜਿਸ ਕਾਰਨ ਦਾਸ ਨੇ ਬਹੁਤ ਜਲਦੀ ਦੇ ਵਿੱਚ ਜੋ ਸਵਈਆਂ ਦੇ ਅਰਥ ਕੀਤੇ ਹਨ, ਵਿਚਾਰ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋਈਆਂ ਹਨ। ਕਿਉਂਕਿ ਦਾਸ ਕੋਈ ਬਹੁਤਾ ਬੁੱਧੀਵਾਨ ਨਹੀਂ ਜਾਂ ਗਿਆਨਵਾਨ ਨਹੀਂ, ਤੁੱਛ ਬੁੱਧੀ ਹੈ। ਜਿਤਨਾ ਕੁ ਗਿਆਨ ਹਾਸਲ ਕੀਤਾ ਸੀ ਉਸ ਪ੍ਰਥਾਏ ਦਾਸ ਨੇ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ, ਕਿਉਂਕਿ ਦਾਸ ਦੇ ਉਸਤਾਦ ਜਿਨ੍ਹਾਂ ਤੋਂ ਦਾਸ ਨੇ ਸਿੱਖਿਆ ਹਾਸਲ ਕੀਤੀ ਹੈ, ਜਿਨ੍ਹਾਂ ਨੇ ਦਾਸ ਨੂੰ ਸਵਈਆਂ ਦੇ ਅਰਥ ਕਰਨ ਲਈ ਪ੍ਰੇਰਿਆ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਾਸ ਦੇ ਕੋਲੋਂ ਸਵਈਆਂ ਦੇ ਅਰਥ ਸੁਣੇ ਸਨ, ਗਿਆਨੀ ਹਰਜੀਤ ਸਿੰਘ ਜੀ, ਜਿਨ੍ਹਾਂ ਦੀ ਲਾਈਵ ਕਥਾ ਦੁੱਖ ਨਿਵਾਰਨ ਸਾਹਿਬ ਤੋਂ ਚੱਲਦੀ ਹੈ, ਜਿਨ੍ਹਾਂ ਤੋਂ ਦਾਸ ਸਿੱਖਿਆ ਹਾਸਲ ਕਰਦਾ ਰਿਹਾ ਹੈ ਅਤੇ ਹੁਣ ਵੀ ਕਰਦਾ ਹੈ। ਉਹਨਾਂ ਦੀ ਪ੍ਰਥਾਏ ਹੀ ਦਾਸ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਅੱਜ ਬੋਲਣ ਜੋਗਾ ਹੋਇਆ ਹੈ। ਦਾਸ ਦੇ ਕੋਲੋਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ। ਗੁਰੂ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।